ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 405 ਅੰਗ ਤੇ ਸਿਰਲੇਖ ਹੈ ਘਰ 12ਵਾਂ। ਪਰ ਘਰ 12ਵੇਂ ਦੇ ਹੇਠ ਜਿਹੜੇ ਸ਼ਬਦ ਹਨ ਉਹ ਸ਼ਬਦ ਹਨ ਘਰ ਦੂਜੇ ਵਿੱਚ। ਤੋਂ 12ਵੇਂ ਅਤੇ ਦੂਜੇ ਵਿੱਚ ਅੰਤਰ ਹੈ ਏਕੇ ਦਾ। 405 ਤੋਂ ਬਾਅਦ ਅਗਲਾ ਅੰਗ ਹੈ 406। 406 ਅੰਗ ਤੇ ਸਿਰਲੇਖ ਹੈ ਘਰ 13ਵਾਂ। ਘਰ 13ਵੇਂ ਹੇਠ ਜਿਹੜੇ ਸ਼ਬਦ ਹਨ ਉਹ ਸ਼ਬਦ ਹਨ ਘਰ ਤੀਜੇ ਵਿੱਚ। ਘਰ 13ਵਾਂ ਤੇ ਘਰ ਤੀਜੇ ਵਿੱਚ ਫਿਰ ਅੰਤਰ ਹੈ ਏਕੇ ਦਾ। ਅਗਲੇ ਅੰਗ ਹੈ 407। 407 ਅੰਗ ਤੇ ਸਿਰਲੇਖ ਹੈ ਘਰ 14ਵਾਂ। ਘਰ 14ਵੇਂ ਹੇਠ ਸ਼ਬਦ ਹਨ ਘਰ ਚੌਥੇ ਵਿੱਚ। ਤੋਂ ਘਰ 14ਵੇਂ ਤੇ ਘਰ ਚੌਥੇ ਵਿੱਚ ਮੁੜ ਅੰਤਰ ਹੈ ਏਕੇ ਦਾ। ਘਰ 12ਵੇਂ, ਘਰ 13ਵੇਂ ਅਤੇ ਘਰ 14ਵੇਂ ਦੀ ਵੀ ਅਸੀਂ ਵਿਚਾਰ ਕਰ ਚੁੱਕੇ ਹਾਂ। ਘਰ 14ਵੇਂ ਉਪਰੰਤ 408 ਅੰਗ ਤੇ ਸਿਰਲੇਖ ਹੈ ਘਰ 15ਵਾਂ। ਇਸ ਵੀਡੀਓ ਵਿੱਚ ਅਸੀਂ ਇਹ ਵਿਚਾਰਨਾ ਹੈ ਕਿ ਘਰ 15ਵੇਂ ਹੇਠ ਜੋ ਸ਼ਬਦ ਹਨ ਕੀ ਇਹ ਵੀ ਘਰ 5ਵੇਂ ਵਿੱਚ ਹਨ, ਤਾਂ ਕੀ ਇਉਂ ਘਰ 15ਵੇਂ ਅਤੇ ਘਰ 5ਵੇਂ ਵਿੱਚ ਏਕੇ ਦਾ ਅੰਤਰ ਫਿਰ ਜਾਰੀ ਹੈ ਕਿ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘਰ 15ਵੇਂ ਦਾ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਇੱਕ ਵਾਰ ਦਰਜ ਹੈ। ਇਉਂ ਇਹ ਪ੍ਰਤੀਤ ਹੋਣਾ ਸੁਭਾਵਕ ਹੈ ਕਿ ਘਰ 15ਵੇਂ ਦੇ ਸਿਰਲੇਖ ਤਹਿਤ ਕੁਝ ਇਹੋ ਜਿਹਾ ਦਰਜ ਹੋਣਾ ਚਾਹੀਦਾ ਹੈ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਹੋਰ ਸਿਰਲੇਖ ਤਹਿਤ ਦਰਜ ਨਾ ਹੋਵੇ। 408 ਅੰਗ ਤੇ ਘਰ 15ਵੇਂ ਦੇ ਸਿਰਲੇਖ ਤਹਿਤ 5 ਪੜਤਾਲਾਂ ਦਰਜ ਹਨ। ਪਰ ਪੜਤਾਲਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਘਰਾਂ ਵਿੱਚ ਪਹਿਲਾਂ ਤੋਂ ਹੀ ਸੁਭਾਇਮਾਨ ਹਨ। ਸਾਡੇ ਪਾਸ ਘਰ ਤੀਜੇ ਦੀਆਂ ਪੜਤਾਲਾਂ ਹਨ, ਘਰ 5ਵੇਂ ਦੀਆਂ ਪੜਤਾਲਾਂ ਹਨ, ਘਰ 6ਵੇਂ ਦੀਆਂ ਪੜਤਾਲਾਂ ਹਨ, ਘਰ 9ਵੇਂ ਦੀਆਂ ਪੜਤਾਲਾਂ ਹਨ, ਘਰ 13ਵੇਂ ਦੀਆਂ ਪੜਤਾਲਾਂ ਹਨ। ਪੜਤਾਲ ਦੇ ਹੋਣ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਘਰ ਦੇ ਵਿਧਾਨ ਦਾ ਸਪਸ਼ਟੀਕਰਨ ਹੋਇਆ ਹੈ। ਜੋ ਇਹ ਕਿਹਾ ਜਾ ਰਿਹਾ ਸੀ ਕਿ ਇਹ ਜੋ ਘਰਾਂ ਦੇ ਪ੍ਰਕਾਰ ਹਨ ਇਹ ਵੱਖ-ਵੱਖ ਤਾਲਾਂ ਦੇ ਪ੍ਰਕਾਰ ਹਨ, ਪਰ ਗੁਰੂ ਸਾਹਿਬ ਨੇ ਜਦੋਂ ਪੜਤਾਲ ਦਾ ਹੀ ਘਰ ਨਿਰਧਾਰਤ ਕੀਤਾ ਹੈ ਤਾਂ ਇਹ ਜੋ ਧਾਰਨਾ ਬਣੀ ਹੋਈ ਸੀ ਕਿ ਘਰਾਂ ਦੇ ਵੱਖ-ਵੱਖ ਪ੍ਰਕਾਰ ਇਹ ਵੱਖ-ਵੱਖ ਤਾਲਾਂ ਦੇ ਪ੍ਰਕਾਰ ਹਨ, ਗੁਰੂ ਸਾਹਿਬ ਨੇ ਉਸ ਦਾ ਖੰਡਨ ਕਰ ਦਿੱਤਾ ਹੈ। ਜਿਵੇਂ ਰਾਗ ਰਾਮਕਲੀ ਮਹੱਲਾ 5ਵਾਂ ਪੜਤਾਲ ਘਰ ਤੀਜਾ, ਰਾਗ ਸੂਹੀ ਮਹੱਲਾ 5ਵਾਂ ਘਰ 5ਵਾਂ ਪੜਤਾਲ, ਤਨਾਸਰੀ ਮਹੱਲਾ 5ਵਾਂ ਘਰ 9ਵਾਂ ਪੜਤਾਲ, ਰਾਗ ਬਿਲਾਵਲ ਮਹੱਲਾ 4 ਪੜਤਾਲ ਘਰ 13ਵਾਂ। ਇੱਕ ਪੜਤਾਲ ਦੇ ਸਿਰਲੇਖ ਤਹਿਤ ਅੱਗੋਂ ਪੜਤਾਲਾਂ ਹਨ। ਪੜਤਾਲ ਦੀ ਪਰਿਭਾਸ਼ਾ ਰਾਹੀਂ ਹੀ ਅਸੀਂ ਸਮਝ ਸਕਦੇ ਹਾਂ ਕਿ ਜਿਸ ਸ਼ਬਦ ਵਿੱਚ ਇੱਕ ਤੋਂ ਵੱਧ ਤਾਲਾਂ ਦੀ ਵਰਤੋਂ ਕੀਤੀ ਗਈ ਹੈ ਉਸ ਸ਼ਬਦ ਨੂੰ ਅਸੀਂ ਕਹਿੰਦੇ ਹਾਂ ਇਹ ਪੜਤਾਲ ਹੈ। ਔਰ ਜਦੋਂ ਇੱਕ ਪੜਤਾਲ ਦਾ ਸਿਰਲੇਖ ਆਉਂਦਾ ਹੈ ਉਸ ਤਹਿਤ ਅੱਗੋਂ ਹੋਰ ਪੜਤਾਲਾਂ ਹਨ। ਕਿਸੇ ਸਿਰਲੇਖ ਤਹਿਤ 6 ਪੜਤਾਲਾਂ ਹਨ, ਕਿਸੇ ਤਹਿਤ 10 ਪੜਤਾਲਾਂ ਵੀ ਹਨ। ਤਾਂ ਜਿੰਨੀਆਂ ਪੜਤਾਲਾਂ ਹਨ ਉਨੇ ਤਰ੍ਹਾਂ ਦੇ ਅੱਗੋਂ ਤਾਲਾਂ ਦੀ ਵਰਤੋਂ ਹੋਈ ਜਾ ਰਹੀ ਹੈ, ਪਰ ਇਸ ਤਾਲਾਂ ਦੇ ਸਾਰੇ ਸਮੂਹ ਦਾ ਘਰ ਇੱਕੋ ਹੈ ਜਿਹੜਾ ਸਿਰਲੇਖ ਵਿੱਚ ਸੁਭਾਇਮਾਨ ਹੈ। ਉਹ ਕਦੀ ਘਰ ਤੀਜਾ ਹੈ, ਕਦੀ ਘਰ 5ਵਾਂ ਹੈ, ਕਦੀ ਘਰ 9ਵਾਂ ਹੈ, ਕਦੀ ਘਰ 13ਵਾਂ ਹੈ। ਇਉਂ ਵੱਖ-ਵੱਖ ਘਰਾਂ ਦੇ ਨਾਲ ਪੜਤਾਲਾਂ ਨੂੰ ਸੰਬੰਧਿਤ ਕੀਤਾ ਗਿਆ ਹੈ। ਹਰ ਪੜਤਾਲ ਵਿੱਚ ਕਈ ਤਾਲਾਂ ਦੀ ਵਰਤੋਂ ਹੋਈ ਹੈ, ਤਾਂ ਫਿਰ ਕੱਲੀ ਤਾਲ ਦਾ ਉਸ ਸਿਰਲੇਖ ਵਾਲੇ ਘਰ ਦੇ ਨਾਲ ਸੰਬੰਧ ਸਥਾਪਿਤ ਨਹੀਂ ਕੀਤਾ ਜਾ ਸਕਦਾ ਹੈ। ਇਉਂ ਘਰ ਦਾ ਤਾਲ ਦੇ ਨਾਲ ਸੰਬੰਧ ਨਹੀਂ ਹੈ। ਘਰ 15ਵੇਂ ਦੀ ਪੜਤਾਲ ਦੇ ਨਾਲ ਜਿਹੜਾ ਇਹ ਜੋ ਸੰਖੇਪ ਮੰਗਲਾਚਰਨ ਹੈ ਇਹ ਦਰਸਾਉਂਦਾ ਹੈ ਕਿ ਇਹ ਘਰ 15ਵੇਂ ਦੀ ਪਹਿਲੀ ਪੜਤਾਲ ਹੈ। ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਾਰੀਆਂ ਪੜਤਾਲਾਂ ਦਾ ਅਧਿਐਨ ਕਰਦੇ ਹਾਂ ਤਾਂ ਇੱਕ ਬੜਾ ਵਿਲੱਖਣ ਵਿਧਾਨ ਨਜ਼ਰੀ ਪੈਂਦਾ ਹੈ ਕਿ ਪੜਤਾਲ ਦਾ ਰਹਾਉ ਦਾ ਪਦਾ ਹਮੇਸ਼ਾ ਪੜਤਾਲ ਦਾ ਪਹਿਲਾ ਪਦਾ ਹੁੰਦਾ ਹੈ, ਜਦ ਕਿ ਸ਼ਬਦ ਵਿੱਚ ਰਹਾਉ ਦਾ ਪਦਾ ਦੂਜਾ ਪਦਾ ਹੁੰਦਾ ਹੈ। ਇਸ ਪੜਤਾਲ ਵਿੱਚ ਜਿੱਥੇ ਘਰ 15ਵਾਂ ਲਿਖਿਆ ਹੈ, ਇਸ ਪੜਤਾਲ ਦਾ ਰਹਾਉ ਦਾ ਪਦਾ ਪਹਿਲੇ ਦੀ ਬਜਾਏ ਦੂਜੇ ਪਦੇ ਦੇ ਨੂੰ ਲਿਖਿਆ ਹੋਇਆ ਹੈ। ਇਸ ਨੂੰ ਦੇਖਣਾ ਜ਼ਰੂਰੀ ਹੈ
ਕਿ ਪੜਤਾਲ ਦੇ ਸਿਰਲੇਖ ਤਹਿਤ ਰਹਾਉ ਦਾ ਪਦਾ ਪੜਤਾਲ ਦਾ ਪਹਿਲਾ ਪਦਾ ਨਾ ਹੋ ਕੇ ਦੂਜਾ ਪਦਾ ਹੋਏ, ਕੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਹੋਰ ਵੀ ਹੈ ਕਿ ਨਹੀਂ ਹੈ? ਆਓ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਅਧਿਆਏ ਜਿਨ੍ਹਾਂ ਵਿੱਚ ਪੜਤਾਲ ਹੈ ਉਹਨਾਂ ਦਾ ਅਧਿਐਨ ਕਰਦੇ ਹਾਂ। ਧਨਾਸਰੀ ਰਾਗ ਦੇ ਅਧਿਆਏ ਵਿੱਚ ਘਰ 9ਵੇਂ ਦੀ ਪੜਤਾਲ ਹੈ ਔਰ ਪੜਤਾਲ ਦਾ ਪਹਿਲਾ ਪਦਾ ਘਰ 9ਵੇਂ ਤੋਂ ਰਿਹਾ ਹੋਇਆ ਘਰ 7ਵੇਂ ਵਿੱਚ ਹੈ ਔਰ ਇਹ ਰਹਾਉ ਦਾ ਪਦਾ ਪੜਤਾਲ ਦਾ ਪਹਿਲਾ ਪਦਾ ਹੈ। ਘਰ 9ਵੇਂ ਦੇ ਉਪਦੇਸ਼ਾਂ ਵਾਲੇ ਪਦੇ ਰਹਾਉ ਦੇ ਪਦੇ ਉਪਰੰਤ ਸ਼ੁਰੂ ਹੁੰਦੇ ਹਨ। ਇਸੇ ਤਰ੍ਹਾਂ ਸੂਹੀ ਰਾਗ ਦੇ ਅਧਿਆਏ ਵਿੱਚ ਘਰ 5ਵੇਂ ਦੀ ਪੜਤਾਲ ਹੈ। ਪੜਤਾਲ ਦਾ ਪਹਿਲਾ ਪਦਾ ਘਰ 5ਵੇਂ ਤੋਂ ਰਿਹਾ ਹੋਇਆ ਘਰ 4ਥੇ ਵਿੱਚ ਹੈ। ਘਰ 5ਵੇਂ ਦੇ ਉਪਦੇਸ਼ ਰਹਾਉ ਦੇ ਪਦੇ ਉਪਰੰਤ ਅਗਲੇ ਪਦਾਂ ਤੋਂ ਸ਼ੁਰੂ ਹੁੰਦੇ ਹਨ। ਇਸੇ ਤਰ੍ਹਾਂ ਬਿਲਾਵਲ ਰਾਗ ਦੇ ਅਧਿਆਏ ਵਿੱਚ ਘਰ 13ਵੇਂ ਦੀ ਪੜਤਾਲ ਹੈ। ਪੜਤਾਲ ਦਾ ਪਹਿਲਾ ਪਦਾ ਘਰ 13ਵੇਂ ਤੋਂ ਰਿਹਾ ਹੋਇਆ ਘਰ 10ਵੇਂ ਵਿੱਚ ਹੈ ਔਰ ਘਰ 13ਵੇਂ ਦੇ ਉਪਦੇਸ਼ ਰਹਾਉ ਦੇ ਪਦੇ ਉਪਰੰਤ ਸ਼ੁਰੂ ਹੁੰਦੇ ਹਨ। ਇਸੇ ਤਰ੍ਹਾਂ ਰਾਮਕਲੀ ਰਾਗ ਦੇ ਅਧਿਆਏ ਵਿੱਚ ਘਰ 3 ਦੀ ਪੜਤਾਲ ਹੈ। ਪੜਤਾਲ ਦਾ ਪਹਿਲਾ ਪਦਾ ਘਰ 3 ਤੋਂ ਰਿਹਾ ਹੋਇਆ ਘਰ 4ਥੇ ਵਿੱਚ ਹੈ ਔਰ ਪਹਿਲਾ ਪਦਾ ਰਹਾਉ ਦਾ ਪਦਾ ਹੈ। ਘਰ 3 ਦਾ ਉਪਦੇਸ਼ ਰਹਾਉ ਦੇ ਪਦੇ ਤੋਂ ਬਾਅਦ ਵਾਲੇ ਪਦਾਂ ਵਿੱਚ ਸ਼ੁਰੂ ਹੁੰਦਾ ਹੈ। ਇਸੇ ਤਰ੍ਹਾਂ ਨਟ ਨਾਰਾਇਣ ਰਾਗ ਦੇ ਅਧਿਆਏ ਵਿੱਚ ਜੋ ਪੜਤਾਲ ਹੈ ਪਹਿਲਾ ਪਦਾ ਰਹਾਉ ਦਾ ਪਦਾ ਹੈ ਔਰ ਪੜਤਾਲ ਘਰ 5ਵੇਂ ਵਿੱਚ ਹੈ ਔਰ ਘਰ 5ਵੇਂ ਦੇ ਉਪਦੇਸ਼ ਰਹਾਉ ਦੇ ਪਦੇ ਤੋਂ ਉਪਰੰਤ ਸ਼ੁਰੂ ਹੁੰਦੇ ਹਨ। ਇਸੇ ਤਰ੍ਹਾਂ ਭੈਰੋ ਰਾਗ ਦੇ ਅਧਿਆਏ ਵਿੱਚ ਘਰ 3 ਦੀ ਪੜਤਾਲ ਹੈ। ਪੜਤਾਲ ਦਾ ਪਹਿਲਾ ਪਦਾ ਘਰ 3 ਤੋਂ ਰਿਹਾ ਹੋਇਆ ਘਰ 4ਥੇ ਵਿੱਚ ਹੈ, ਇਉਂ ਪੜਤਾਲ ਦਾ ਪਹਿਲਾ ਪਦਾ ਰਹਾਉ ਦਾ ਪਦਾ ਹੈ ਔਰ ਘਰ 3 ਦੇ ਉਪਦੇਸ਼ ਰਹਾਉ ਦੇ ਪਦੇ ਤੋਂ ਬਾਅਦ ਸ਼ੁਰੂ ਹੁੰਦੇ ਹਨ। ਆਰਗ ਰਾਗ ਦੇ ਅਧਿਆਏ ਦੀ ਪੜਤਾਲ ਘਰ 5ਵੇਂ ਵਿੱਚ ਹੈ, ਪਰ ਪਹਿਲਾ ਪਦਾ ਘਰ 5ਵੇਂ ਤੋਂ ਰਿਹਾ ਹੋਇਆ ਘਰ 3 ਵਿੱਚ ਹੈ ਔਰ ਇਉਂ ਪੜਤਾਲ ਦਾ ਪਹਿਲਾ ਪਦਾ ਰਹਾਉ ਦਾ ਪਦਾ ਹੈ। ਘਰ 5ਵੇਂ ਦੇ ਉਪਦੇਸ਼ ਰਹਾਉ ਦੇ ਪਦੇ ਤੋਂ ਬਾਅਦ ਅਗਲੇ ਪਦੇ ਤੋਂ ਸ਼ੁਰੂ ਹੁੰਦੇ ਹਨ। ਇਸੇ ਤਰ੍ਹਾਂ ਮਲਾਰ ਰਾਗ ਦੇ ਅਧਿਆਏ ਵਿੱਚ ਪੜਤਾਲ ਘਰ 3 ਵਿੱਚ ਹੈ। ਘਰ 3 ਦੀ ਪੜਤਾਲ ਵਿੱਚ ਪਹਿਲੇ ਪਦੇ ਦਾ ਉਪਦੇਸ਼ ਘਰ 3 ਤੋਂ ਰਿਹਾ ਹੋਇਆ ਘਰ 2 ਵਿੱਚ ਹੈ, ਇਉਂ ਪੜਤਾਲ ਦਾ ਪਹਿਲਾ ਪਦਾ ਰਹਾਉ ਦਾ ਪਦਾ ਹੈ ਔਰ ਘਰ 3 ਦਾ ਉਪਦੇਸ਼ ਰਹਾਉ ਦੇ ਪਦੇ ਤੋਂ ਬਾਅਦ ਸ਼ੁਰੂ ਹੁੰਦਾ ਹੈ। ਕਾਨੜਾ ਰਾਗ ਦੇ ਅਧਿਆਏ ਵਿੱਚ ਘਰ 5ਵੇਂ ਦੀ ਪੜਤਾਲ ਹੈ ਔਰ ਘਰ 5ਵੇਂ ਦੀ ਪੜਤਾਲ ਦਾ ਪਹਿਲਾ ਪਦਾ ਘਰ 5ਵੇਂ ਤੋਂ ਰਿਹਾ ਹੋਇਆ ਘਰ 4ਥੇ ਵਿੱਚ ਹੈ, ਇਉਂ ਪੜਤਾਲ ਦਾ ਪਹਿਲਾ ਪਦਾ ਰਹਾਉ ਦਾ ਪਦਾ ਹੈ ਔਰ ਘਰ 5ਵੇਂ ਦਾ ਉਪਦੇਸ਼ ਰਹਾਉ ਦੇ ਪਦੇ ਤੋਂ ਬਾਅਦ ਅਗਲੇ ਪਦਾਂ ਵਿੱਚ ਸ਼ੁਰੂ ਹੁੰਦਾ ਹੈ। ਇਸੇ ਤਰ੍ਹਾਂ ਪ੍ਰਭਾਤੀ ਰਾਗ ਦੇ ਅਧਿਆਏ ਵਿੱਚ ਪੜਤਾਲ ਦਾ ਪਹਿਲਾ ਪਦਾ ਰਹਾਉ ਦਾ ਪਦਾ ਹੈ ਔਰ ਪੜਤਾਲ ਦੇ ਉਪਦੇਸ਼ ਘਰ 3 ਵਿੱਚ ਰਹਾਉ ਦੇ ਪਦੇ ਤੋਂ ਬਾਅਦ ਸ਼ੁਰੂ ਹੁੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਅਧਿਆਏ ਦੀ ਪੜਤਾਲ ਦਾ ਪਹਿਲਾ ਪਦਾ ਰਹਾਉ ਦਾ ਪਦਾ ਹੁੰਦਾ ਹੈ, ਕਿਉਂਕਿ ਉਸ ਦਾ ਉਪਦੇਸ਼ ਨਿਰਧਾਰਿਤ ਘਰ ਤੋਂ ਰਿਹਾ ਹੋਇਆ ਵੱਖਰੇ ਘਰ ਵਿੱਚ ਹੁੰਦਾ ਹੈ। ਹੁਣ ਅਸੀਂ ਘਰ 15ਵੇਂ ਦੀ ਵਿਚਾਰ ਤੇ ਆਉਂਦੇ ਹਾਂ। ਇਹ ਆਸਾ ਮਹੱਲਾ 5ਵਾਂ ਘਰ 15ਵਾਂ ਪੜਤਾਲ। ਘਰ 15ਵੇਂ ਦੇ ਸਿਰਲੇਖ ਤਹਿਤ 5 ਪੜਤਾਲਾਂ ਹਨ ਜੋ ਕਿ ਆਸਾ ਰਾਗ ਦੀ ਗਿਣਤੀ ਵਿੱਚ 152 ਤੋਂ ਲੈ ਕੇ 156 ਤੱਕ ਹਨ। ਕਿਉਂ ਜੋ ਇਹ ਘਰ 15ਵੇਂ ਦੇ ਸਿਰਲੇਖ ਤਹਿਤ 5 ਪੜਤਾਲਾਂ ਹਨ, ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਘਰ ਦੇ ਵਿਧਾਨ ਅਨੁਸਾਰ ਇਹ ਘਰ 15ਵੇਂ ਦਾ ਸਿਰਲੇਖ ਇਹਨਾਂ 5 ਪੜਤਾਲਾਂ ਤੇ ਲਾਗੂ ਹੈ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਘਰ ਦੇ ਵਿਧਾਨ ਅਨੁਸਾਰ ਇਹਨਾਂ 5 ਪੜਤਾਲਾਂ ਦੇ ਹਰ ਪਦੇ ਵਿੱਚ ਗੁਰੂ ਸਾਹਿਬ ਦਾ ਉਪਦੇਸ਼ 15-15 ਘਰਾਂ ਵਾਲਾ ਹੋਣਾ ਚਾਹੀਦਾ ਹੈ ਔਰ ਇਹ 15 ਘਰਾਂ ਵਾਲੇ ਉਪਦੇਸ਼ ਸਾਰੀਆਂ ਪੜਤਾਲਾਂ ਵਿੱਚ ਹੋਣੇ ਚਾਹੀਦੇ ਹਨ। ਆਓ ਹੁਣ ਦੇਖਦੇ ਹਾਂ ਕਿ ਘਰ 15ਵੇਂ ਦੇ ਸਿਰਲੇਖ ਹੇਠ ਜਿਹੜੀਆਂ 5 ਪੜਤਾਲਾਂ ਹਨ ਉਸ ਵਿੱਚ ਗੁਰੂ ਸਾਹਿਬ ਦੇ ਉਪਦੇਸ਼ ਕਿਹੋ ਜਿਹੇ ਹਨ।
आओ घर 15वें ਦੀਆਂ ਪੜਤਾਲਾਂ ਦਾ ਅਧਿਐਨ ਕਰਦੇ ਹਾਂ। ਕਿਉਂ ਜੋ ਰਹਾਓ ਪਹਿਲੇ ਪਦੇ ਦੀ ਬਜਾਏ ਦੂਜੇ ਪਦੇ ਤੇ ਹੈ, ਇਸ ਕਰਕੇ ਅਸੀਂ ਰਹਾਓ ਦਾ ਪਦਾ ਤੇ ਸ਼ਬਦ ਦਾ ਪਹਿਲਾ ਪਦਾ ਛੱਡ ਕੇ ਇਸ ਪੜਤਾਲ ਦੇ ਘਰ ਦਾ ਨਿਰਧਾਰਨ ਕਰਨ ਲਈ ਪੜਤਾਲ ਦੇ ਦੂਜੇ ਪਦੇ ਦਾ ਅਧਿਐਨ ਕਰਦੇ ਹਾਂ। ਅਸੀਂ ਦੇਖ ਸਕਦੇ ਹਾਂ ਕਿ ਪੜਤਾਲ ਦਾ ਪਹਿਲਾ ਪਦਾ ਔਰ ਦੂਜਾ ਪਦਾ ਦੋਵੇਂ ਘਰ 5ਵੇਂ ਵਿੱਚ ਹਨ, ਔਰ ਇਉਂ ਇਸ ਪੜਤਾਲ ਵਿੱਚ ਵੀ ਰਹਾਓ ਇਸ ਪੜਤਾਲ ਦਾ ਪਹਿਲਾ ਪਦਾ ਹੀ ਹੋਣਾ ਚਾਹੀਦਾ ਹੈ। ਇਹ ਪੜਤਾਲ ਘਰ 5ਵੇਂ ਵਿੱਚ ਕਿਵੇਂ ਹੈ, ਇਸ ਨੂੰ ਸਮਝਣ ਲਈ ਜਿਹੜਾ ਅਸੀਂ ਪਹਿਲੇ ਤਰੀਕਾ ਵਰਤਿਆ ਸੀ ਉਹੀ ਤਰੀਕਾ ਹੁਣ ਵਰਤਦੇ ਹਾਂ ਕਿ ਸਾਨੂੰ ਪੰਜਾਬੀ ਭਾਸ਼ਾ ਦਾ ਗਿਆਨ ਹੈ ਤੇ ਪੰਜਾਬੀ ਭਾਸ਼ਾ ਦੇ ਗਿਆਨ ਦੀ ਵਰਤੋਂ ਕਰਦੇ ਹਾਂ। ਪੰਜਾਬੀ ਭਾਸ਼ਾ ਵਿੱਚ ਘਰ 5ਵੇਂ ਦਾ ਲਹਿਜਾ ਕਿਸ ਤਰ੍ਹਾਂ ਦਾ ਹੋ ਸਕਦਾ ਹੈ, ਆਓ ਦੇਖਦੇ ਹਾਂ। ਇਹ ਪੰਜਾਬੀ ਭਾਸ਼ਾ ਦੇ ਇਹ 2 ਵਾਕਾਂ ਦਾ ਸਮੂਹ ਹੈ। ਪਹਿਲੀ ਬਾਤ ਸ਼ੁਰੂ ਹੋਈ ਹੈ ਕਿ ਗੁਰਬਾਣੀ ਦੇ ਉਪਦੇਸ਼ ਤੈਨੂੰ ਪੁਕਾਰ ਪੁਕਾਰ ਕੇ ਕਹਿ ਰਹੇ ਹਨ। ਤੋ ਇਹ ਇੱਕ ਬਾਤ ਹੈ, ਇਹ ਆਪਣੇ ਆਪ ਵਿੱਚ ਇੱਕ ਪੂਰੀ ਬਾਤ ਕਹੀ ਗਈ ਹੈ, ਪਰ ਹਾਲੇ ਬਾਤ ਅੱਗੇ ਚੱਲ ਰਹੀ ਹੈ। ਤੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਿਹਾ। ਇਹ 2 ਬਾਤਾਂ ਦੇ ਨਾਲ ਪਹਿਲੇ ਵਾਕ ਦੀ ਸਮਾਪਤੀ ਹੋਈ ਹੈ। ਹਾਲੇ ਬਾਤ ਉਹਦੀ ਜਾਰੀ ਹੈ। ਸਾਰੇ ਉਪਦੇਸ਼ਾਂ ਨੂੰ ਰਲ ਗੱਡ ਕਰੀ ਬੈਠਾ ਹੈ, ਕੁਝ ਪੱਲੇ ਨਹੀਂ ਪੈ ਰਿਹਾ, ਮਚਲਿਆ ਪਿਆ ਹੈ। ਇਸ ਦੇ ਨਾਲ ਇੱਕ ਲਹਿਜਾ ਸਾਡੇ ਸਾਹਮਣੇ ਪੰਜਾਬੀ ਭਾਸ਼ਾ ਦਾ ਆਇਆ ਹੈ। ਇਹ ਹੁਣ ਘਰ 5ਵੇਂ ਦਾ ਲਹਿਜਾ ਹੈ। ਪਹਿਲੇ ਵਾਕ ਵਿੱਚ 2 ਘਰ ਹਨ ਤੇ ਦੂਜੇ ਵਾਕ ਵਿੱਚ 3 ਘਰ ਹਨ। ਇਹ ਪੰਜਾਬੀ ਭਾਸ਼ਾ ਦਾ 5 ਘਰਾਂ ਦਾ ਲਹਿਜਾ ਹੈ, ਪਰ ਕਿਉਂਕਿ ਪੰਜਾਬੀ ਭਾਸ਼ਾ ਵਿੱਚ ਘਰ ਦਾ ਕੋਈ ਵਿਧਾਨ ਨਹੀਂ ਹੁੰਦਾ ਹੈ, ਇਸ ਲਹਿਜੇ ਨੂੰ ਪੰਜਾਬੀ ਵਿੱਚ ਸਮਝ ਕੇ ਆਓ ਅਸੀਂ ਇਹਨੂੰ ਗੁਰਬਾਣੀ ਵਿੱਚ ਸਮਝਣ ਦਾ ਯਤਨ ਕਰਦੇ ਹਾਂ। ਗੁਰਬਾਣੀ ਦੀ ਭਾਸ਼ਾ ਵਿੱਚ ਘਰ 5ਵੇਂ ਦਾ ਅਜਿਹਾ ਲਹਿਜਾ ਕਿਸ ਤਰ੍ਹਾਂ ਦਾ ਹੋਏਗਾ? ਵੇਦ ਸ਼ਾਸਤਰ ਜਨ ਪੁਕਾਰ ਰਹੇ। ਇਹ ਪਹਿਲਾ ਘਰ ਹੈ। ਤੁਕ ਦਾ ਦੂਜਾ ਘਰ ਹੈ ਸੁਨੈ ਨਾਹੀ ਡੋਰਾ। ਇੱਕ ਤੁਕ ਸਮਾਪਤ ਹੋ ਗਈ ਹੈ, 2 ਘਰ ਹੋ ਗਏ ਹਨ, ਪਰ ਉਪਦੇਸ਼ ਹਾਲੇ ਜਾਰੀ ਹੈ। ਦੂਜੀ ਤੁਕ ਵਿੱਚ 3 ਘਰ ਹੋਰ ਹਨ। ਨਿਪਟ ਬਾਜੀ ਹਾਰ ਮੁਕਾ, ਪਛਤਾਇਓ ਮਨ ਭੋਰਾ। ਤਾਂ ਇਹ ਉਹੀ ਲਹਿਜਾ ਹੈ ਜਿਹੜਾ ਅਸੀਂ ਪੰਜਾਬੀ ਭਾਸ਼ਾ ਵਿੱਚ ਪਹਿਲੇ ਦੇਖਿਆ ਹੈ। ਇਹ ਘਰ 5ਵੇਂ ਦਾ ਲਹਿਜਾ ਹੈ। ਤਾਂ ਇਹ ਉਪਦੇਸ਼ ਘਰ 5ਵੇਂ ਵਿੱਚ ਹੈ। ਤਾਂ ਇਸ ਦਾ ਭਾਵ ਇਹ ਹੋਇਆ, ਜਿਸ ਪੜਤਾਲ ਦੇ ਸਿਰਲੇਖ ਵਿੱਚ ਘਰ 15ਵਾਂ ਦਰਜ ਹੈ, ਉਸ ਦੀ ਪੜਤਾਲ ਤਾਂ ਘਰ 5ਵੇਂ ਵਿੱਚ ਹੈ। ਤਾਂ ਉਸੇ ਤਰ੍ਹਾਂ ਉਹ 5ਵੇਂ ਔਰ 15ਵੇਂ ਦੇ ਏਕੇ ਦਾ ਅੰਤਰ ਫਿਰ ਸਾਹਮਣੇ ਆ ਰਿਹਾ ਹੈ। ਘਰ 15ਵੇਂ ਦੇ ਸਿਰਲੇਖ ਦੀ ਦੂਜੀ ਪੜਤਾਲ, ਔਰ ਇੱਥੇ ਇੱਕ ਬੜੀ ਮਹੱਤਵਪੂਰਨ ਬਾਤ ਹੈ, ਜਿਹੜੀ ਦੂਜੀ ਪੜਤਾਲ ਹੈ ਉਸ ਦਾ ਰਹਾਓ ਦਾ ਪਦਾ ਫਿਰ ਪਹਿਲਾ ਪਦਾ ਹੈ। ਕੇਵਲ ਜਿੱਥੇ ਏਕੇ ਦਾ ਫਰਕ ਵਾਲਾ ਸਿਰਲੇਖ ਹੈ, ਉਸ ਪੜਤਾਲ ਦਾ ਰਹਾਓ ਦਾ ਪਦਾ ਆਪਣੀ ਜਗ੍ਹਾ ਤੇ ਨਹੀਂ ਹੈ, ਔਰ ਉੱਪਰ ਏਕੇ ਦਾ ਫਰਕ ਹੈ। ਉਸੇ ਸਿਰਲੇਖ ਤਹਿਤ ਦੂਜੀ ਪੜਤਾਲ ਰਹਾਓ ਫਿਰ ਆਪਣੀ ਜਗ੍ਹਾ ਤੇ ਆ ਗਿਆ ਹੈ। ਇੱਥੇ ਰਹਾਓ ਦਾ ਪਦਾ ਘਰ 5ਵੇਂ ਤੋਂ ਰਿਹਾ ਹੋਇਆ ਘਰ 4ਥੇ ਵਿੱਚ ਹੈ, ਔਰ ਦੂਜੀ ਪੜਤਾਲ ਘਰ 5ਵੇਂ ਵਿੱਚ ਕਿਵੇਂ ਹੈ, ਇਸ ਨੂੰ ਸਮਝਣ ਵਾਸਤੇ ਫਿਰ ਦੁਬਾਰਾ ਆਓ ਦੇਖਦੇ ਹਾਂ ਪੰਜਾਬੀ ਭਾਸ਼ਾ ਵਿੱਚ ਘਰ 5ਵੇਂ ਦਾ ਕੋਈ ਇਸ ਤਰ੍ਹਾਂ ਦਾ ਲਹਿਜਾ ਜਿਹੜਾ ਕਿ ਇਸ ਪੜਤਾਲ ਨੂੰ ਸਮਝਣ ਲਈ ਸਾਨੂੰ ਸਹਾਈ ਹੋ ਸਕੇ। ਆਓ ਇੱਕ ਦੇਖਦੇ ਹਾਂ, ਇੱਕ ਵਾਕ ਪੰਜਾਬੀ ਦਾ ਕੋਸ਼ਿਸ਼ ਕਰਦੇ ਰਹੀਏ, ਸਾਰਾ ਪਤਾ ਲੱਗ ਜਾਂਦਾ ਹੈ। ਤਾਂ ਇਹ 2 ਬਾਤਾਂ ਨੇ ਪਰ ਜੁੜੀਆਂ ਹੋਈਆਂ ਨੇ, ਪਰ ਹਾਲੇ ਵੀ ਇਹ ਬਾਤ ਜਾਰੀ ਹੈ। ਇੱਕ ਵਾਕ ਪੂਰਾ ਹੋ ਚੁੱਕਿਆ ਹੈ। ਦੂਜਾ ਵਾਕ ਹੈ ਗੁਰਬਾਣੀ ਦੇ ਉਪਦੇਸ਼ ਦੇ ਲਹਿਜੇ ਨੂੰ ਸਮਝੀਏ, ਵਿਆਕਰਣ ਦਾ ਅਧਿਐਨ ਕਰੀਏ, ਗੁਰਬਾਣੀ ਦਾ ਘਰ ਸਮਝ ਆ ਜਾਵੇਗਾ। ਤਾਂ ਇਸ ਲਹਿਜੇ ਨਾਲ ਅਸੀਂ ਕੋਈ 5 ਭਾਗ ਜੋੜੇ ਹਨ, ਜਿਹੜੇ 2 ਵਾਕਾਂ ਵਿੱਚ ਜੋੜੇ ਹਨ। ਸਮੁੱਚੀ ਬਾਤ ਹੁਣ ਮੁਕੰਮਲ ਹੋਈ ਹੈ। ਇਹੋ ਜਿਹੇ ਲਹਿਜੇ ਦਾ ਅਸੀਂ ਇੱਕ ਗੁਰਬਾਣੀ ਦਾ ਉਪਦੇਸ਼ ਦੇਖਦੇ ਹਾਂ। ਪਹਿਲੀ ਤੁਕ ਵਿੱਚ 2 ਘਰ ਹਨ। ਕਿਰਪਾ ਪਾਏ ਸਹਜਾਏ ਦਰਸਾਏ, ਪਹਿਲਾ ਘਰ। ਅਬ ਰਾਤਿਆ ਗੋਵਿੰਦ ਸਿਓ, 2 ਘਰ ਹੋਏ ਹਨ, ਪਹਿਲੀ ਤੁਕ ਹੋਈ ਹੈ। ਦੂਜੀ ਤੁਕ ਵਿੱਚ 3 ਘਰ ਹੋਰ ਹਨ। ਸੰਤ ਸੇਵ, ਪ੍ਰੀਤ ਨਾਥ, ਰੰਗ ਲਾਲਨ ਲਾਏ। ਤੋ ਇਸ ਦੇ ਨਾਲ ਉਪਦੇਸ਼ ਪੂਰਾ ਹੋਇਆ ਹੈ।
ਤੇ ਇਹ ਉਪਦੇਸ਼ 5 ਘਰਾਂ ਨਾਲ ਪੂਰਾ ਹੋਇਆ ਹੈ। ਤੋ ਇਉਂ ਸਾਡੀ ਦੂਜੀ ਪੜਤਾਲ ਵੀ ਘਰ 5ਵੇਂ ਵਿੱਚ ਹੈ। ਘਰ 15ਵੇਂ ਦੇ ਸਿਰਲੇਖ ਤਹਿਤ ਤੀਜੀ ਪੜਤਾਲ, ਔਰ ਤੀਜੀ ਪੜਤਾਲ ਵਿੱਚ ਵੀ ਰਹਾਉ ਦਾ ਪਦਾ ਪੜਤਾਲ ਦਾ ਪਹਿਲਾ ਪਦਾ ਹੈ। ਰਹਾਉ ਤੋਂ ਬਾਅਦ ਉਹ ਪਦਾ ਆਏਗਾ ਜਿਸ ਦੇ ਉਪਦੇਸ਼ ਦੇ ਘਰਾਂ ਨੂੰ ਵਾਚ ਕੇ ਸਾਨੂੰ ਪਤਾ ਲੱਗੇਗਾ ਕਿ ਪੜਤਾਲ ਕਿਸ ਘਰ ਵਿੱਚ ਹੈ। ਪੜਤਾਲ ਦੇ ਉਪਦੇਸ਼ ਦੇ ਇਸ ਲਹਿਜੇ ਨੂੰ ਸਮਝਣ ਲਈ ਦੁਬਾਰਾ ਇੱਕ ਵਾਰੀ ਪੰਜਾਬੀ ਦੀ ਭਾਸ਼ਾ ਦਾ ਫਿਰ ਫਾਇਦਾ ਲੈਂਦੇ ਹਾਂ। ਆਓ ਪੰਜਾਬੀ ਦੀ ਭਾਸ਼ਾ ਵਿੱਚ ਇੱਕ ਤਰ੍ਹਾਂ ਦਾ ਲਹਿਜਾ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਇੱਕੋ ਵਾਕ ਹੈ, ਨਿੰਦਾ, ਚੁਗਲੀ, ਠੱਗੀ, ਬਖੀਲੀ, ਇਹ ਭੈੜੀਆਂ ਆਦਤਾਂ ਛੱਡਣੀਆਂ ਚਾਹੀਦੀਆਂ ਹਨ। ਇਹ ਇੱਕ ਤਰ੍ਹਾਂ ਦਾ ਵਿਲੱਖਣ ਲਹਿਜਾ ਹੈ। ਇਸ ਲਹਿਜੇ ਅਨੁਸਾਰ ਗੁਰਬਾਣੀ ਦਾ ਇਹ ਇੱਕ ਤੁਕੇ ਪਦਾ ਇੱਕੋ ਤੁਕ ਹੈ, ਔਰ ਉਹੀ ਲਹਿਜਾ ਕਾਮ, ਕ੍ਰੋਧ, ਲੋਭ, ਮਾਨ ਇਹ ਬਿਆਦ ਛੋਰ ਹੈ। ਉਸੇ ਲਹਿਜੇ ਦੇ ਨਾਲ ਅਸੀਂ ਦੇਖਿਆ ਕਿ ਇੱਥੇ 5 ਘਰਾਂ ਦੇ ਨਾਲ ਇਹ ਉਪਦੇਸ਼ ਪੂਰਾ ਹੋਇਆ ਹੈ। ਇਉਂ ਇਹ ਤੀਜੀ ਪੜਤਾਲ ਵੀ ਘਰ 5ਵੇਂ ਵਿੱਚ ਹੈ। ਆਓ ਚੌਥੀ ਪੜਤਾਲ ਦਾ ਅਧਿਐਨ ਕਰਦੇ ਹਾਂ। ਚੌਥੀ ਪੜਤਾਲ ਦਾ ਵੀ ਪਹਿਲਾ ਪਦਾ ਰਹਾਉ ਦਾ ਪਦਾ ਹੈ, ਔਰ ਰਹਾਉ ਦਾ ਪਦਾ ਘਰ ਤੀਜੇ ਵਿੱਚ ਹੈ। ਰਹਾਉ ਦੇ ਪਦੇ ਦੇ ਘਰ ਨੇ ਦੱਸਦਾ ਹੈ ਕਿ ਹੁਣ ਜਿਹੜੀ ਪੜਤਾਲ ਹੈ ਇਹ ਘਰ ਤੀਜੇ ਵਿੱਚ ਨਹੀਂ ਹੋ ਸਕਦੀ ਹੈ। ਹੁਣ ਪੜਤਾਲ ਕਿਸ ਘਰ ਵਿੱਚ ਹੈ ਇਸ ਦਾ ਅਧਿਐਨ ਕਰਦੇ ਹਾਂ। ਦੁੱਤੁਕੇ ਪਦਾ ਹੈ, ਤਜ ਮਾਨ ਮੋਹ, ਵਿਕਾਰ ਮਿਥਿਆ, ਜਪ ਰਾਮ ਰਾਮ ਰਾਮ। ਪਹਿਲੀ ਤੁਕ ਦੀ ਸਮਾਪਤੀ ਹੈ। ਦੂਜੀ ਤੁਕ ਵਿੱਚ ਮਨ ਸੰਤਨਾ ਕੇ ਚਰਨ ਲਾਗ। ਤੋ ਇਹ ਇੱਕ ਵਿਸ਼ੇਸ਼ ਲਹਿਜਾ ਹੈ। ਇਸ ਲਹਿਜੇ ਨੂੰ ਸਮਝਣ ਲਈ ਪੰਜਾਬੀ ਭਾਸ਼ਾ ਦੇ 2 ਵਾਕਾਂ ਦੇ ਜੋੜ ਤੋਂ ਇੱਕ ਮੁਕੰਮਲ ਬਾਤ ਨੂੰ ਸਮਝਣ ਦਾ ਯਤਨ ਕਰਦੇ ਹਾਂ। ਮੋਹ ਮਾਇਆ ਛੱਡ, ਭਰਮ ਝੂਠਾ ਹੈ, ਸਭ ਵਿੱਚ ਪਰਮਾਤਮਾ ਨੂੰ ਹੀ ਦੇਖ। ਇੱਕ ਵਾਕ ਦੀ ਸਮਾਪਤੀ ਹੋਈ ਹੈ, ਪਰ ਹਾਲੇ ਬਾਤ ਮੁਕੰਮਲ ਨਹੀਂ ਹੋਈ। ਮੇਰੇ ਭਾਈ, ਸੁਰਤੀ ਨੂੰ ਗੁਰੂ ਦੇ ਚਰਨ ਵਿੱਚ ਜੋੜ। ਤੋ ਇਉਂ ਹੁਣ ਬਾਤ ਮੁਕੰਮਲ ਹੋਈ ਹੈ, ਔਰ ਇਸ ਮੁਕੰਮਲ ਬਾਤ ਦੇ ਵਿੱਚ 2 ਵਾਕ ਹਨ ਤੇ 5 ਬਾਤਾਂ, 5 ਭਾਗ ਜੁੜੇ ਹਨ ਤੇ ਇਹ ਬਾਤ ਮੁਕੰਮਲ ਹੋਈ ਹੈ। ਇਸੇ ਵਿਲੱਖਣ ਲਹਿਜੇ ਤੋਂ ਗੁਰਬਾਣੀ ਦੀ ਇਸ ਪੜਤਾਲ ਦੇ ਪਦੇ ਵਿੱਚ ਗੁਰੂ ਸਾਹਿਬ ਦੇ ਉਪਦੇਸ਼ ਦੇ ਲਹਿਜੇ ਨੂੰ ਸਮਝਣ ਦਾ ਯਤਨ ਕਰਦੇ ਹਾਂ। ਤਜ ਮਾਨ ਮੋਹ, ਵਿਕਾਰ ਮਿਥਿਆ, ਜਪ ਰਾਮ ਰਾਮ ਰਾਮ, ਮਨ ਸੰਤਨਾ ਕੇ ਚਰਨ ਲਾਗ। ਤੋ ਇਸ ਦੇ ਨਾਲ ਇਹ ਹੋਇਆ ਕਿ 2 ਤੁਕਾਂ ਨੇ। ਪਹਿਲੀ ਤੁਕ ਵਿੱਚ 3 ਘਰ ਹਨ ਤੇ ਦੂਸਰੀ ਤੁਕ ਵਿੱਚ 2 ਘਰ ਹਨ, ਤੇ ਇਉਂ 5 ਘਰਾਂ ਦੇ ਨਾਲ ਇਹ ਗੁਰੂ ਸਾਹਿਬ ਦਾ ਉਪਦੇਸ਼ ਮੁਕੰਮਲ ਹੋਇਆ ਹੈ। ਇਉਂ ਇਹ ਚੌਥੀ ਪੜਤਾਲ ਵੀ ਘਰ 5ਵੇਂ ਵਿੱਚ ਹੈ, ਔਰ ਇਸ ਸਿਰਲੇਖ ਤਹਿਤ ਆਖਰੀ 5ਵੀਂ ਪੜਤਾਲ ਦਾ ਵੀ ਅਧਿਐਨ ਕਰਦੇ ਹਾਂ। ਔਰ 5ਵੀਂ ਪੜਤਾਲ ਵਿੱਚ ਵੀ ਪੜਤਾਲ ਦਾ ਪਹਿਲਾ ਪਦਾ ਹੀ ਰਹਾਉ ਦਾ ਪਦਾ ਹੈ, ਜੋ ਘਰ ਦੂਜੇ ਵਿੱਚ ਹੈ, ਜੋ ਪ੍ਰਤੀਕ ਹੈ ਕਿ ਹੁਣ ਪੜਤਾਲ ਘਰ ਦੂਜੇ ਵਿੱਚ ਨਹੀਂ ਹੋ ਸਕਦੀ। ਪੜਤਾਲ ਦੇ ਘਰ ਦਾ ਅਧਿਐਨ ਕਰਨ ਲਈ ਰਹਾਉ ਦੇ ਪਦੇ ਤੋਂ ਬਾਅਦ ਵਾਲੇ ਪਦੇ ਦਾ ਅਧਿਐਨ ਕਰਦੇ ਹਾਂ। ਖਿਨਹੁ ਭੈ, ਨਿਰਭੈ ਖਿਨਹੁ, ਖਿਨਹੁ ਉਠਤਾਇਓ। ਦੂਜੀ ਤੁਕ ਹੈ, ਖਿਨਹੁ ਰਸ ਭੋਗਨ ਖਿਨਹੁ, ਖਿਨਹੁ ਤਜ ਜਾਇਓ। ਹੁਣ ਇਸ ਵਿਸ਼ੇਸ਼ ਲਹਿਜੇ ਨੂੰ ਸਮਝਣ ਲਈ ਪੰਜਾਬੀ ਭਾਸ਼ਾ ਵਿੱਚ ਵੀ 2 ਵਾਕ ਜੋੜ ਕੇ ਇੱਕ ਮੁਕੰਮਲ ਬਾਤ ਨੂੰ ਸਮਝਣ ਦਾ ਯਤਨ ਕਰਦੇ ਹਾਂ। ਮਨੁੱਖ ਇੱਕ ਪਲ ਡਰੂ ਹੈ, ਇੱਕ ਪਲ ਵਿੱਚ ਨਿਡਰ ਹੋ ਜਾਂਦਾ ਹੈ, ਇੱਕ ਪਲ ਵਿੱਚ ਪਦਾਰਥਾਂ ਵੱਲ ਦੌੜ ਪੈਂਦਾ ਹੈ, ਇੱਕ ਪਲ ਭੋਜਨ ਦੇ ਰਸ ਮਾਣਦਾ ਹੈ, ਇੱਕ ਪਲ ਵਿੱਚ ਹੀ ਸਭ ਰਸ ਤਿਆਗ ਦਿੰਦਾ ਹੈ। ਤੋ ਇਉਂ ਸਾਡੇ ਪਾਸ 2 ਵਾਕਾਂ ਵਿੱਚ ਇਹ ਉਪਦੇਸ਼ ਸੰਪੂਰਨ ਹੋਇਆ ਹੈ। ਇਸ ਦੇ ਵਿੱਚ 5 ਭਾਗ ਜੁੜੇ ਹਨ ਤੇ ਬਾਤ ਮੁਕੰਮਲ ਹੋਈ ਹੈ। ਇਸ ਲਹਿਜੇ ਤੋਂ ਅਸੀਂ ਗੁਰਬਾਣੀ ਦੀ ਪੜਤਾਲ ਦੇ ਪਦੇ ਵਿੱਚ ਗੁਰੂ ਸਾਹਿਬ ਦੇ ਲਹਿਜੇ ਨੂੰ ਸਮਝਣ ਦਾ ਯਤਨ ਕਰਦੇ ਹਾਂ। ਖਿਨਹੁ ਭੈ,
ਨਿਰਭੈ ਖਿਨਹੁ ਖਿਨਹੁ ਉਠਤਾਇਓ। ਪਹਿਲੀ ਤੁਕ ਵਿੱਚ 3 ਘਰ ਹਨ ਤਾਂ ਦੂਜੀ ਤੁਕ ਵਿੱਚ 2 ਘਰ ਹੋਰ ਹਨ। ਖਿਨਹੁ ਰਸ ਭੋਗਨ ਖਿਨਹੁ ਖਿਨਹੁ ਤਜ ਜਾਇਓ। ਚੌਥੇ ਘਰ ਵਿੱਚ ਖਿਨਹੁ ਤਾਂ 2 ਵਾਰੀ ਹੈ, ਪਰ ਰਸ ਭੋਗਨ ਨੂੰ ਤੋੜਿਆ ਨਹੀਂ ਜਾ ਸਕਦਾ। ਇਸ ਕਰਕੇ ਇਹ ਦੋਨੇ ਖਿਨਹੁ ਚੌਥੇ ਘਰ ਵਿੱਚ ਹੀ ਹਨ। ਇਸ ਉਪਦੇਸ਼ ਨੂੰ ਸਮਝਣ ਦਾ ਢੰਗ ਘਰ 5ਵਾਂ ਹੈ। ਇਉਂ ਸਾਡੇ ਸਾਹਮਣੇ ਇਹ ਆਉਂਦਾ ਹੈ ਕਿ ਘਰ 15ਵੇਂ ਦੇ ਸਿਰਲੇਖ ਹੇਠ 5 ਪੜਤਾਲਾਂ ਦੇ ਪਦਾਂ ਵਿੱਚ ਗੁਰੂ ਸਾਹਿਬ ਦੇ ਉਪਦੇਸ਼ ਘਰ 5ਵੇਂ ਵਿੱਚ ਹਨ। ਇਸ ਦੇ ਨਾਲ ਸਾਡੇ ਪਾਸ ਇੱਕ ਮਹੱਤਵਪੂਰਨ ਜੋ ਨਿਚੋੜ ਨਿਕਲਦਾ ਹੈ ਕਿ 405 ਅੰਗ ਤੇ ਘਰ 12ਵੇਂ ਦਾ ਜੋ ਸਿਰਲੇਖ ਹੈ, ਇਸ ਘਰ 12ਵੇਂ ਤਹਿਤ 5 ਸ਼ਬਦ ਘਰ ਦੂਜੇ ਵਿੱਚ ਅਸੀਂ ਵਿਚਾਰ ਲਏ ਹਨ। ਘਰ 13ਵੇਂ ਤਹਿਤ 9 ਸ਼ਬਦ ਹਨ ਔਰ ਇਹ 9 ਦੇ 9 ਸ਼ਬਦ ਘਰ ਤੀਜੇ ਵਿੱਚ ਹਨ। ਘਰ 13ਵੇਂ ਦੇ ਸਾਰੇ ਸ਼ਬਦ ਵਿਚਾਰ ਚੁੱਕੇ ਹਾਂ। ਘਰ 14ਵੇਂ ਦੇ ਸਿਰਲੇਖ ਤਹਿਤ 2 ਸ਼ਬਦ ਹਨ, ਇਹ ਦੋਵੇਂ ਸ਼ਬਦ ਘਰ ਚੌਥੇ ਵਿੱਚ ਹਨ ਔਰ ਅਸੀਂ ਘਰ 14ਵੇਂ ਦੇ ਸ਼ਬਦ ਵੀ ਵਿਚਾਰ ਚੁੱਕੇ ਹਾਂ। ਇਸੇ ਤਰ੍ਹਾਂ ਘਰ 15ਵੇਂ ਦੇ ਸਿਰਲੇਖ ਤਹਿਤ 5 ਪੜਤਾਲਾਂ ਹਨ ਔਰ ਇਹ 5 ਪੜਤਾਲਾਂ ਘਰ 5ਵੇਂ ਵਿੱਚ ਹਨ। ਇਉਂ ਅਸੀਂ ਦੇਖ ਸਕਦੇ ਹਾਂ ਕਿ 405 ਤੋਂ ਲੈ ਕੇ 408 ਤੱਕ ਲਗਾਤਾਰ ਅੰਗਾਂ ਤੇ ਘਰ ਦੇ ਸਾਰੇ ਸਿਰਲੇਖਾਂ ਵਿੱਚ ਏਕੇ ਦਾ ਅੰਤਰ ਲਗਾਤਾਰ ਜਾਰੀ ਹੈ। ਘਰ 12ਵੇਂ, ਘਰ 13ਵੇਂ, ਘਰ 14ਵੇਂ ਹੋਰ ਬਾਕੀ ਸਾਰੇ ਘਰਾਂ ਦੇ ਵੀਡੀਓਜ਼ ਜੋ ਸੰਗਤਾਂ ਨਾਲ ਚਰਚਾ ਹੋ ਰਹੀ ਹੈ, ਇਸ ਦੀ ਸੰਭਾਲ ਲਈ ਇੱਕ YouTube ਦਾ ਚੈਨਲ ਹੈ ਜਿਸ ਦਾ ਨਾਮ ਹੈ ਘਰ ਇਨ ਗੁਰਬਾਣੀ। ਆਪ ਜੀ ਇਸ ਚੈਨਲ ਦੇ ਨਾਲ ਜੁੜ ਕੇ ਜਦੋਂ ਤੁਸੀਂ ਇਹਨਾਂ ਵੀਡੀਓਜ਼ ਦਾ ਅਧਿਐਨ ਕਰਦੇ ਹੋ ਔਰ ਉਸ ਤੋਂ ਉਪਰੰਤ ਆਪਣੇ ਤੌਰ ਤੇ ਗੁਰਬਾਣੀ ਦਾ ਅਧਿਐਨ ਕਰਦੇ ਹੋ, ਜਿਹੜੇ ਤੁਹਾਡੇ ਮਨ ਵਿੱਚ ਪ੍ਰਸ਼ਨ ਆਉਂਦੇ ਹਨ, ਉਹ ਤੁਸੀਂ ਇਸ ਚੈਨਲ ਦੀ ਸੰਬੰਧਿਤ ਵੀਡੀਓ ਦੇ ਕਮੈਂਟ ਵਿੱਚ ਜਾ ਕੇ ਉਹ ਤੁਸੀਂ ਆਪਣਾ ਪ੍ਰਸ਼ਨ ਜ਼ਰੂਰ ਸਾਂਝਾ ਕਰੋ। ਤੁਹਾਡੇ ਪੁੱਛਣ ਦੇ ਨਾਲ ਹੋਰਨਾਂ ਨੂੰ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਤਾਂ ਇਉਂ ਅਸੀਂ ਗੁਰਬਾਣੀ ਦੇ ਘਰ ਦੇ ਵਿਧਾਨ ਰਾਹੀਂ ਜੋ ਗੁਰੂ ਸਾਹਿਬ ਦਾ ਵਿਲੱਖਣ ਲਹਿਜਾ ਜਾਣਨ ਦਾ ਸਾਡੇ ਪਾਸ ਗੁਰੂ ਸਾਹਿਬ ਨੇ ਇੱਕ ਢੰਗ ਤਰੀਕਾ ਸਾਡੀ ਝੋਲੀ ਵਿੱਚ ਪਾਇਆ ਹੈ, ਉਸ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।